ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਅਤੇ ਕੁਝ ਨਾ ਕੁਝ ਅਸਾਧਾਰਨ ਕਰਨ ਲਈ ਕੋਈ ਨਾ ਕੋਈ ਵਜ੍ਹਾ ਜ਼ਰੂਰ ਚਾਹੀਦੀ ਹੈ, ਭਾਵੇਂ ਉਹ ਵਜ੍ਹਾ ਕਿਸੇ ਦੀ ਖੁਸ਼ੀ ਹੋਵੇ ਜਾਂ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ। ਕਿਸੇ ਵੀ ਇਨਸਾਨ ਨੂੰ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਲਈ ਅਤੇ ਅੱਗੇ ਵਧਣ ਲਈ ਆਪਣੇ ਆਪ ਤੋਂ ਬਿਨਾਂ ਕੋਈ ਨਹੀਂ ਰੋਕ ਸਕਦਾ। ਲੈਂਬਰਗਿਨੀ ਕਾਰ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ, ਜਿਸ ਦੇ ਮਾਲਕ ਫੈਰੂਚੀਓ ਲੈਂਬਰਗਿਨੀ ਨੇ ਵਿਸ਼ਵ ਯੁੱਧ ਵਿੱਚ ਕੰਮ ਕਰਨ ਤੋਂ ਲੈ ਕੇ ਫਰਾਰੀ ਦੇ ਮਾਲਕ ਤੋਂ ਬਦਲਾ ਲੈਣ ਲਈ ਆਪਣੀ ਹੀ ਇੱਕ ਕਾਰ ਕੰਪਨੀ ਬਣਾਉਣ ਤੱਕ ਬਹੁਤ ਮਿਹਨਤ ਕੀਤੀ, ਜੋ ਕਿ ਅੱਜ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਰ ਕੰਪਨੀਆਂ ਵਿੱਚੋਂ ਇੱਕ ਹੈ। ਲੈਂਬਰਗਿਨੀ ਅੱਜ ਦੇ ਯੁੱਗ ਵਿੱਚ ਸਿਖਰ ਤੇ ਹੈ, ਇਹ ਗੱਲ ਤਾਂ ਹਰ ਕੋਈ ਜਾਣਦਾ ਹੈ, ਪਰੰਤੂ ਕਿਵੇਂ ਹੋਈ ਇਸ ਕੰਪਨੀ ਦੀ ਸ਼ੁਰੂਆਤ, ਇਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਸਫਲਤਾ ਦੀ ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ 28 ਅਪ੍ਰੈਲ 1916 ਵਿੱਚ ਇਟਲੀ ਦੇ ਇੱਕ ਰੇਨਾਜੋ ਸ਼ਹਿਰ ਵਿੱਚ ਫੈਰੂਚੀਓ ਲੈਂਬਰਗਿਨੀ ਦਾ ਜਨਮ ਹੋਇਆ। ਫੈਰੂਚੀਓ ਲੈਂਬਰਗਿਨੀ ਬਚਪਨ ਤੋਂ ਹੀ ਕਿਸੇ ਅਮੀਰ ਪਰਿਵਾਰ ਨਾਲ ਸੰਬੰਧਿਤ ਨਹੀਂ ਸਨ। ਇੱਕ ਆਮ ਜ਼ਿੰਦਗੀ ਨੂੰ ਖਾਸ ਉਹਨਾਂ ਨੇ ਆਪਣੀ ਮਿਹਨਤ ਨਾਲ ਹੀ ਬਣਾਇਆ ਹੈ। ਉਹਨਾਂ ਦੇ ਪਿਤਾ ਦਾ ਨਾਮ ਐਂਟੋਨੀਓ ਲੈਂਬਰਗਿਨੀ ਸੀ। ਉਹ ਘਰ ਚਲਾਉਣ ਲਈ ਅੰਗੂਰਾਂ ਦੀ ਖੇਤੀ ਦਾ ਕੰਮ ਕਰਦੇ ਸਨ ਅਤੇ ਇਹਨਾਂ ਅੰਗੂਰਾਂ ਨੂੰ ਵਾਈਨ ਬਣਾਉਣ ਲਈ ਵਰਤਦੇ ਸਨ। ਇਸ ਕਮਾਈ ਨਾਲ ਹੀ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਭਰਦੇ ਸਨ। ਫੈਰੂਚੀਓ ਨੂੰ ਬਚਪਨ ਤੋਂ ਹੀ ਮਕੈਨਿਕ ਦਾ ਕੰਮ ਕਰਨਾ ਬਹੁਤ ਪਸੰਦ ਸੀ ਅਤੇ ਉਹਨਾਂ ਨੂੰ ਖੇਤੀਬਾੜੀ ਵਿੱਚ ਵਰਤੀਆਂ ਜਾਂਦੀਆਂ ਮਸ਼ੀਨਾਂ ਅਤੇ ਟਰੈਕਟਰਾਂ ਦਾ ਕੰਮ ਕਰਨਾ ਵੀ ਬਹੁਤ ਚੰਗਾ ਲੱਗਦਾ ਸੀ। ਉਹਨਾਂ ਨੇ ਆਪਣੀ ਅਗਲੀ ਪੜ੍ਹਾਈ ਵੀ ਇਸ ਮਕੈਨੀਕਲ ਇੰਜੀਨੀਅਰ ਦੇ ਖੇਤਰ ਵਿੱਚ ਹੀ ਕੀਤੀ। ਉਹਨਾਂ ਨੂੰ ਸ਼ੁਰੂਆਤ ਤੋਂ ਹੀ ਕਾਰਾਂ ਦਾ ਬਹੁਤ ਸ਼ੌਂਕ ਸੀ। ਉਹਨਾਂ ਦੀ ਇਹ ਇੱਛਾ ਹੁੰਦੀ ਸੀ ਕਿ ਉਹਨਾਂ ਕੋਲ ਬਹੁਤ ਸਾਰੀਆਂ ਗੱਡੀਆਂ, ਕਾਰਾਂ ਹੋਣ, ਪਰੰਤੂ ਪਰਿਵਾਰ ਦੀ ਗਰੀਬੀ ਕਰਕੇ ਬਚਪਨ ਵਿੱਚ ਉਹਨਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ। ਪਰ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਮਿਹਨਤ ਕਰਦੇ ਗਏ ਅਤੇ ਆਪਣੀ ਮਿਹਨਤ ਨਾਲ ਹੀ ਇੱਕ ਦਿਨ ਆਪਣੇ ਸੁਪਨੇ ਨੂੰ ਸਾਕਾਰ ਕਰ ਦਿੱਤਾ। ਫੈਰੂਚੀਓ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਏਅਰ ਫੋਰਸ ਵਿੱਚ ਪੈਰ ਰੱਖਿਆ ਅਤੇ ਵਰਲਡ ਵਾਰ ਪਹਿਲੀ ਵਿੱਚ ਮਕੈਨੀਕਲ ਸੁਪਰਵਾਈਜ਼ਰ ਦੀ ਭੂਮਿਕਾ ਨਿਭਾਈ। ਜੰਗ ਦੇ ਦੌਰਾਨ ਜਦੋਂ ਇਟਲੀ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਵਿੱਚ ਫੈਰੂਚੀਓ ਵੀ ਸ਼ਾਮਲ ਸੀ ਅਤੇ ਉਹਨਾਂ ਨੇ ਬੰਦੀ ਹੋਣ ਦੌਰਾਨ ਵੀ ਆਪਣੇ ਮਕੈਨੀਕਲ ਕਾਉਂਸਲ ਵਿੱਚ ਹੋਰ ਵੀ ਨਿਪੁੰਨਤਾ ਹਾਸਲ ਕੀਤੀ ਅਤੇ ਉੱਥੇ ਬਹੁਤ ਸਾਰੀਆਂ ਗੱਡੀਆਂ ਨੂੰ ਠੀਕ ਕੀਤਾ, ਜਿਸ ਕਰਕੇ ਉਹਨਾਂ ਨੂੰ 1 ਸਾਲ ਬਾਅਦ ਹੀ ਛੱਡ ਦਿੱਤਾ ਗਿਆ। ਜੰਗ ਖਤਮ ਹੋਣ ਦੇ ਤੁਰੰਤ ਬਾਅਦ ਉਹ ਆਪਣੇ ਸ਼ਹਿਰ ਵਾਪਸ ਆ ਗਏ। ਆਪਣੇ ਸ਼ਹਿਰ ਵਾਪਸ ਆ ਕੇ ਉਹਨਾਂ ਨੇ ਆਪਣੀ ਕਾਰਾਂ ਦੇ ਪ੍ਰਤੀ ਰੁਚੀ ਤੇ ਧਿਆਨ ਦਿੱਤਾ ਅਤੇ ਆਪਣੇ ਸ਼ਹਿਰ ਵਿੱਚ ਇੱਕ ਆਪਣਾ ਗੈਰਾਜ ਖੋਲ੍ਹ ਲਿਆ। ਉਹਨਾਂ ਦੀ ਆਪਣੇ ਕੰਮ ਪ੍ਰਤੀ ਰੁਚੀ ਅਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨ ਦੀ ਇੱਛਾ ਕਰਕੇ ਉਹਨਾਂ ਦਾ ਗੈਰਾਜ ਬਹੁਤ ਵਧੀਆ ਚੱਲਣ ਲੱਗਿਆ। ਉਸ ਸਮੇਂ ਇਟਲੀ ਵਿੱਚ ਵਰਲਡ ਵਾਰ ਕਰਕੇ ਬਹੁਤ ਮੁਸ਼ਕਲ ਹਾਲਾਤ ਸਨ, ਜਿਸ ਕਰਕੇ ਉੱਥੋਂ ਦੇ ਲੋਕ ਖੇਤੀਬਾੜੀ 'ਤੇ ਜ਼ਿਆਦਾ ਧਿਆਨ ਦੇ ਰਹੇ ਸਨ ਅਤੇ ਇੱਕ ਦਿਨ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਤੋਂ ਇੱਕ ਟਰੈਕਟਰ ਦੀ ਮੰਗ ਕੀਤੀ, ਜਿਸ ਕਰਕੇ ਉਹਨਾਂ ਦਾ ਧਿਆਨ ਉਸ ਸਮੇਂ ਦੌਰਾਨ ਖੇਤੀਬਾੜੀ ਲਈ ਟਰੈਕਟਰਾਂ ਦੀ ਲੋੜ ਵੱਲ ਹੋਇਆ। ਇਸ ਕਰਕੇ ਹੀ ਉਹਨਾਂ ਨੇ 1948 ਵਿੱਚ ਇੱਕ ਟਰੈਕਟਰ ਕੰਪਨੀ ਖੋਲ੍ਹੀ, ਜਿਸ ਦਾ ਨਾਮ ਲੈਂਬਰਗਿਨੀ ਟਰੈਟੋਰੀ ਰੱਖਿਆ ਗਿਆ। ਉਸ ਸਮੇਂ ਇਹਨਾਂ ਨੇ ਮਹਿੰਗੇ ਪੈਟਰੋਲ ਦੀ ਥਾਂ ਸਸਤੇ ਡੀਜ਼ਲ 'ਤੇ ਚੱਲਣ ਵਾਲੇ ਟਰੈਕਟਰ ਬਣਾਏ। ਉਹ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹਨਾਂ ਨੇ ਦਿਨ ਰਾਤ ਇਸ ਕੰਪਨੀ ਵਿੱਚ ਮਿਹਨਤ ਕੀਤੀ ਅਤੇ ਜਲਦੀ ਹੀ ਉਹਨਾਂ ਦੀ ਇਹ ਕੰਪਨੀ ਇਟਲੀ ਵਿੱਚ ਮਸ਼ਹੂਰ ਹੋ ਗਈ। ਵੱਧ ਰਹੀ ਮੰਗ ਅਤੇ ਮਜ਼ਬੂਤ ਟਰੈਕਟਰ ਬਣਾਉਣ ਕਰਕੇ ਇਟਲੀ ਵਿੱਚ ਲੈਂਬਰਗਿਨੀ ਦੇ ਟਰੈਕਟਰ ਦੀ ਵਿਕਰੀ ਸਭ ਤੋਂ ਵੱਧ ਹੋਣ ਲੱਗੀ ਅਤੇ ਇਹ ਟਰੈਕਟਰ ਇਟਲੀ ਦੇ ਲੋਕਾਂ ਦੀ ਸਭ ਤੋਂ ਪਹਿਲੀ ਪਸੰਦ ਬਣ ਗਏ। ਜਦੋਂ ਉਹਨਾਂ ਨੇ ਇਸ ਕੰਪਨੀ ਤੋਂ ਵਧੀਆ ਪੈਸੇ ਕਮਾ ਲਏ ਤਾਂ ਉਹਨਾਂ ਨੇ ਇੱਕ ਆਇਲ ਰਿਫਾਈਨਰੀ ਕੰਪਨੀ ਖੋਲ੍ਹਣ ਬਾਰੇ ਸੋਚਿਆ ਅਤੇ 1959 ਵਿੱਚ ਉਹਨਾਂ ਦੀ ਇਹ ਕੰਪਨੀ ਵੀ ਸ਼ੁਰੂ ਹੋ ਗਈ ਅਤੇ ਜਲਦੀ ਹੀ ਇਸ ਕੰਪਨੀ ਨੇ ਵੀ ਉਚਾਈਆਂ ਨੂੰ ਛੂਹ ਲਿਆ ਅਤੇ ਹੁਣ
ਫੈਰੂਚੀਓ ਦਾ ਕਾਰੋਬਾਰੀਆਂ ਵਿੱਚ ਇੱਕ ਵੱਡਾ ਨਾਂ ਬਣ ਗਿਆ ਸੀ। ਬਚਪਨ ਤੋਂ ਹੀ ਕਾਰਾਂ ਦਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਹੌਲੀ-ਹੌਲੀ ਬਹੁਤ ਸਾਰੀਆਂ ਕਾਰਾਂ ਵੀ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਇੱਕ ਆਪਣੀ ਪਸੰਦੀਦਾ ਕਾਰ ਫਰਾਰੀ 250 GT ਖਰੀਦੀ। ਇਸ ਦਾ ਮਾਡਲ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਸੀ। ਉਹ ਆਪਣੀਆਂ ਗੱਡੀਆਂ ਵਿੱਚ ਕੁਝ ਸਮੱਸਿਆ ਨਜ਼ਰ ਆਉਣ ਤੇ ਕੁਝ ਨਾ ਕੁਝ ਬਦਲਾਅ ਕਰਦੇ ਹੀ ਰਹਿੰਦੇ ਸਨ। ਇੱਕ ਦਿਨ ਉਹਨਾਂ ਨੂੰ ਇਸ ਕਾਰ ਦੇ ਇੰਜਣ ਵਿੱਚ ਇੱਕ ਮੁਸ਼ਕਲ ਨਜ਼ਰ ਆਈ। ਜਦੋਂ ਉਹਨਾਂ ਨੇ ਇਸ ਕਾਰ ਦਾ ਕਲੱਚ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਉਹੋ ਹੀ ਕਲੱਚ ਹੈ ਜੋ ਉਹਨਾਂ ਨੇ ਆਪਣੇ ਟਰੈਕਟਰ ਵਿੱਚ ਇਸਤੇਮਾਲ ਕੀਤਾ ਸੀ। ਫਿਰ ਉਹਨਾਂ ਨੇ ਸੋਚਿਆ ਕਿ ਇਹ ਫਰਾਰੀ ਕੰਪਨੀ ਤਾਂ ਵੱਡੇ ਨਾਮ ਤੇ ਛੋਟੀ ਚੀਜ਼ ਵਰਤਣ ਵਾਲਾ ਕੰਮ ਕਰ ਰਹੀ ਹੈ। ਉਹਨਾਂ ਨੇ ਫੈਸਲਾ ਲਿਆ ਕਿ ਉਹ ਕਿਤੇ ਹੋਰ ਨਹੀਂ ਜਾਣਗੇ ਬਲਕਿ ਫਰਾਰੀ ਦੇ ਮਾਲਕ ਐਨਜੋ ਫਰਾਰੀ ਨੂੰ ਹੀ ਮਿਲਣਗੇ। ਜਦੋਂ ਉਹ ਐਨਜੋ ਫਰਾਰੀ ਨੂੰ ਮਿਲਣ ਗਏ ਅਤੇ ਉੱਥੇ ਜਾ ਕੇ ਕਾਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਤਾਂ ਐਨਜੋ ਫਰਾਰੀ ਨੂੰ ਲੈਂਬਰਗਿਨੀ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ ਕਿ ਉਹ ਇਸ ਤਰ੍ਹਾਂ ਆ ਕੇ ਉਹਨਾਂ ਦੀ ਬਣਾਈ ਹੋਈ ਕਾਰ ਵਿੱਚ ਨੁਕਸ ਕੱਢੇ। ਉਹ ਇਸ ਗੱਲ ਤੇ ਗੁੱਸੇ ਹੋ ਗਿਆ ਅਤੇ ਬੋਲਣ ਲੱਗਿਆ, ਤੂੰ ਇੱਕ ਟਰੈਕਟਰ ਚਲਾਉਣ ਵਾਲਾ ਕਿਸਾਨ ਹੈ। ਫਰਾਰੀ ਵਰਗੀਆਂ ਗੱਡੀਆਂ ਦੇ ਬਾਰੇ ਵਿੱਚ ਕੁਝ ਸਮਝ ਸਕਣਾ ਤੇਰੇ ਵੱਸ ਦੀ ਗੱਲ ਨਹੀਂ। ਐਨਜੋ ਫਰਾਰੀ ਦੁਆਰਾ ਦਿੱਤੇ ਗਏ ਉੱਤਰ ਤੋਂ ਲੈਂਬਰਗਿਨੀ ਨੂੰ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਅਤੇ ਇਹ ਗੱਲ ਉਹਨਾਂ ਨੂੰ ਇੰਨੀ ਚੁੱਭ ਗਈ ਕਿ ਉਹਨਾਂ ਨੇ ਆਪਣੀ ਖੁਦ ਦੀ ਕਾਰ ਕੰਪਨੀ ਖੋਲ੍ਹਣ ਦਾ ਫੈਸਲਾ ਕਰ ਲਿਆ ਤਾਂ ਜੋ ਉਹ ਐਨਜੋ ਫਰਾਰੀ ਨੂੰ ਇਹ ਦਿਖਾ ਸਕੇ ਕਿ ਉਸ ਨੂੰ ਕਾਰਾਂ ਦੇ ਬਾਰੇ ਵਿੱਚ ਕਿੰਨੀ ਜਾਣਕਾਰੀ ਹੈ ਅਤੇ ਜੇ ਇਨਸਾਨ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ, ਭਾਵੇਂ ਉਸ ਦਾ ਪਿਛੋਕੜ ਕਿਵੇਂ ਦਾ ਵੀ ਕਿਉਂ ਨਾ ਹੋਵੇ। ਇਸ ਘਟਨਾ ਤੋਂ ਬਾਅਦ ਲੈਂਬਰਗਿਨੀ ਨੇ ਇਟਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਅਗਾਤਾ ਵਿੱਚ ਇੱਕ ਆਟੋ ਕੰਪਨੀ ਖੋਲ੍ਹ ਲਈ। ਉਸ ਸਮੇਂ ਉਹਨਾਂ ਕੋਲ ਜ਼ਿਆਦਾ ਪੈਸੇ ਨਹੀਂ ਸਨ ਕਿਉਂਕਿ ਉਸ ਸਮੇਂ ਉਹਨਾਂ ਦੀ ਪਹਿਲੀ ਕੰਪਨੀ ਘਾਟੇ ਵਿੱਚ ਚੱਲ ਰਹੀ ਸੀ, ਪਰੰਤੂ ਉਸ ਸਮੇਂ ਉਹਨਾਂ ਨੇ ਆਪਣੀ ਪਹਿਲੀ ਕੰਪਨੀ ਦੇ ਕੁਝ ਸ਼ੇਅਰ ਵੇਚ ਕੇ ਇਸ ਕੰਪਨੀ ਨੂੰ ਸ਼ੁਰੂ ਕੀਤਾ ਅਤੇ ਇਸ ਵਿੱਚ ਫਰਾਰੀ ਕੰਪਨੀ ਦੇ 3 ਪੁਰਾਣੇ ਕਰਮਚਾਰੀਆਂ ਨੂੰ ਵੀ ਰੱਖਿਆ ਗਿਆ। ਫਿਰ 1963 ਈਸਵੀ ਵਿੱਚ ਉਹਨਾਂ ਨੇ ਇਸ ਕੰਪਨੀ ਨੂੰ ਲੈਂਬਰਗਿਨੀ ਆਟੋਮੋਬਾਈਲ ਦੇ ਨਾਮ ਤੇ ਰਜਿਸਟਰ ਕਰਵਾਇਆ। ਉਹਨਾਂ ਨੇ ਆਪਣੀ ਪਹਿਲੀ ਕਾਰ ਲੈਂਬਰਗਿਨੀ ਸਹੀ 9 ਮਹੀਨਿਆਂ ਵਿੱਚ ਬਣਾ ਕੇ ਤਿਆਰ ਕਰ ਦਿੱਤੀ ਸੀ ਅਤੇ 1964 ਵਿੱਚ ਲੈਂਬਰਗਿਨੀ ਨੇ ਆਪਣੀ ਇਹ ਪਹਿਲੀ ਕਾਰ 350 GT ਮਾਡਲ ਨੂੰ ਦੁਨੀਆ ਦੇ ਸਾਹਮਣੇ ਟੂਰਿਨ ਮੋਟਰ ਸ਼ੋਅ ਵਿੱਚ ਲਾਂਚ ਕੀਤਾ। ਲੈਂਬਰਗਿਨੀ ਦੀ ਇਸ ਕਾਰ ਦੀ ਬਹੁਤ ਪ੍ਰਸ਼ੰਸਾ ਹੋਈ ਅਤੇ ਉਹਨਾਂ ਨੇ ਐਨਜੋ ਫਰਾਰੀ ਨੂੰ ਇਹ ਦਿਖਾ ਦਿੱਤਾ ਕਿ ਉਹ ਸਿਰਫ ਇੱਕ ਕਿਸਾਨ ਹੀ ਨਹੀਂ ਬਲਕਿ ਇੱਕ ਮਕੈਨੀਕਲ ਤਜਰਬੇਕਾਰ ਵੀ ਹੈ। ਲੈਂਬਰਗਿਨੀ ਕੰਪਨੀ ਦੀਆਂ ਗੱਡੀਆਂ ਦੁਨੀਆ ਦੀ ਨਜ਼ਰ ਦੇ ਸਾਹਮਣੇ ਜ਼ਿਆਦਾ ਉਦੋਂ ਆਈਆਂ ਜਦੋਂ 1966 ਵਿੱਚ ਲੈਂਬਰਗਿਨੀ ਮਿਊਰਾ P400 ਲਾਂਚ ਹੋਈ ਅਤੇ ਇਹ ਕਾਰ ਦੁਨੀਆ ਦੀ ਸੁਪਰ ਕਾਰ ਬਣ ਗਈ। ਇਸ ਦੇ ਉੱਚ ਪੱਧਰੀ ਪ੍ਰਦਰਸ਼ਨ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਇਸ ਦਾ ਇੰਜਣ ਦੁਨੀਆ ਦੀ ਕਿਸੇ ਵੀ ਕਾਰ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀਆ ਸੀ ਅਤੇ ਇਸ ਤੋਂ ਬਾਅਦ ਇਸ ਦੀ ਵੱਧਦੀ ਹੋਈ ਮੰਗ ਕਰਕੇ ਲੈਂਬਰਗਿਨੀ ਕੰਪਨੀ ਨੇ ਕਦੇ ਘਾਟੇ ਵੱਲ ਮੂੰਹ ਨਹੀਂ ਕੀਤਾ। ਅੱਜ ਹਾਲਾਤ ਇਹ ਹਨ ਕਿ ਲੈਂਬਰਗਿਨੀ ਫਰਾਰੀ ਨੂੰ ਤਾਂ ਕੀ ਬਲਕਿ ਦੁਨੀਆ ਦੀ ਕਿਸੇ ਵੀ ਕਾਰ ਨੂੰ ਟੱਕਰ ਦੇਣ ਦੇ ਸਮਰੱਥ ਹੈ। ਪਿਛਲੇ ਕੁਝ ਸਮੇਂ ਤੋਂ ਲੈਂਬਰਗਿਨੀ ਦੇ ਮਾਡਲ ਦੁਨੀਆ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਉੱਚ ਪੱਧਰੀ ਕਾਰਾਂ ਦੀ ਸੂਚੀ ਵਿੱਚੋਂ ਇੱਕ ਰਹੇ ਹਨ। ਕੁਝ ਸਮੇਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਇਸ ਕੰਪਨੀ ਨੂੰ ਕੁਝ ਸਮੇਂ ਲਈ ਘਾਟੇ ਦਾ ਸਾਹਮਣਾ ਕਰਨਾ ਪਿਆ, ਪਰੰਤੂ 2010 ਤੋਂ ਬਾਅਦ ਇਸ ਕੰਪਨੀ ਨੇ ਮਾਰਕੀਟ ਵਿੱਚ ਇੱਕ ਬਹੁਤ ਵੱਡੀ ਛਾਲ ਮਾਰੀ। ਇਸ ਤੋਂ ਬਾਅਦ ਇਸ ਕੰਪਨੀ ਦੇ ਬਹੁਤ ਸਾਰੇ ਕਾਮਯਾਬ ਮਾਡਲ ਜਿਸ ਵਿੱਚ ਐਸਪਾਡਾ, ਇਜ਼ਲੇਰੋ ਅਤੇ ਡਿਆਬਲੋ ਕਾਰਾਂ ਦੇ ਨਾਮ ਸ਼ਾਮਲ ਹਨ, ਮਾਰਕੀਟ ਵਿੱਚ ਆਏ। ਫਿਰ ਹੌਲੀ-ਹੌਲੀ ਲੈਂਬਰਗਿਨੀ ਏਸ਼ੀਆ ਤੋਂ ਬਾਹਰ ਵੀ ਪੂਰੀ ਦੁਨੀਆ ਦਾ ਸਭ ਤੋਂ ਉੱਚਾ ਬ੍ਰਾਂਡ ਬਣ ਗਿਆ। ਅੱਜ ਇਹ ਕਾਰ ਲਵਰਸ ਦੀ ਪਹਿਲੀ ਪਸੰਦ ਬਣ ਗਈ ਹੈ। ਦੋਸਤੋ, ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।